ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਚੈਨਲ ਦੇ ਉੱਤੇ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਪੜ੍ਹਾਂਗੇ ਜੀ ਹਿਸਟਰੀ ਦਾ 11 ਨੰਬਰ ਪਾਰਟ, ਚੈਪਟਰ ਯਾਨੀ ਕਿ 11 ਨੰਬਰ, ਜੋ ਕਿ ਵੈਦਿਕ ਕਾਲ ਦੇ ਨਾਲ ਜਾਣਿਆ ਜਾਂਦਾ ਹੈ, ਜੋ ਕਿ 1500 ਤੋਂ ਲੈ ਕੇ 500 ਈਸਵੀ ਪੂਰਵ ਤੱਕ ਭਾਰਤ ਦੇ ਵਿੱਚ ਰਹਿੰਦਾ ਹੈਗਾ ਗਾ। ਸੋ ਇਸ ਚੈਪਟਰ ਦੇ ਵਿੱਚ ਆਪਾਂ ਪੜ੍ਹਾਂਗੇ ਕਿ ਵੈਦਿਕ ਕਾਲ ਦਾ ਜਿਹੜਾ ਧਾਰਮਿਕ ਜੀਵਨ ਹੈ ਉਹ ਕਿਸ ਤਰ੍ਹਾਂ ਦੀ ਸੀਗੀ, ਸਮਾਜਿਕ ਲਾਈਫ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਸੀਗੀ, ਆਰਥਿਕ ਜਿਹੜੀ ਲਾਈਫ ਹੈ ਉਹ ਕਿਸ ਤਰ੍ਹਾਂ ਦੀ ਸੀਗੀ, ਅਤੇ ਇਸ ਤੋਂ ਇਲਾਵਾ ਵੈਦਿਕ ਕਾਲ ਦੇ ਵਿੱਚ ਕੀ ਕੁਝ ਰਚਿਆ ਗਿਆ, ਕੀ ਕੁਝ ਉਸ ਦੀਆਂ ਵਿਸ਼ੇਸ਼ਤਾਵਾਂ ਸੀਗੀਆਂ, ਉਸ ਦੇ ਬਾਰੇ ਆਪਾਂ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਹਿਸਟਰੀ ਦੇ 3 ਪਾਰਟ ਜਾਂ 3 ਚੈਪਟਰ ਕੰਪਲੀਟ ਕਰ ਚੁੱਕੇ ਹਾਂ, ਜੋ 6ਵੀਂ ਕਲਾਸ ਦੇ ਹੀ ਹੈਗੇ ਨੇਗੇ, ਜਿਸ ਦੇ ਵਿੱਚ ਆਪਾਂ ਹਿਸਟਰੀ ਦੇ ਪ੍ਰਾਤਨ ਯੁੱਗ ਦੇ ਬਾਰੇ ਪੜ੍ਹਿਆ ਹੈ, ਆਦਿ ਮਨੁੱਖ ਦੇ ਬਾਰੇ ਪੜ੍ਹਿਆ ਸੀਗਾ। ਫਿਰ ਇਸ ਤੋਂ ਬਾਅਦ ਸਿੰਧ ਘਾਟੀ ਦੀ ਸੱਭਿਅਤਾ ਤੇ ਸਿੰਧ ਘਾਟੀ ਦੀ ਸੱਭਿਅਤਾ ਤੋਂ ਭਾਰਤ ਦੇ ਵਿੱਚ ਐਂਟਰ ਹੁੰਦਾ ਹੈ ਵੈਦਿਕ ਕਾਲ ਵਾਲਾ ਸਮਾਂ। ਠੀਕ ਹੈ, ਇਹ ਵੈਦਿਕ ਏਜ ਦੇ ਨਾਮ ਨਾਲ ਮਸ਼ਹੂਰ ਹੈ ਤੇ 6ਵੀਂ ਕਲਾਸ ਦਾ ਇਹ ਚੈਪਟਰ ਹੈ ਹਿਸਟਰੀ ਦਾ। ਜੇਕਰ ਇਹਨੂੰ ਬੁੱਕ ਦੇ ਅਕੋਰਡਿੰਗ ਗੱਲ ਕਰਾਂਗੇ ਤਾਂ 11ਵਾਂ ਚੈਪਟਰ ਬਣੇਗਾ, ਕੱਲੀ ਹਿਸਟਰੀ ਦਾ ਕਾਊਂਟ ਕਰਾਂਗੇ ਤਾਂ ਚੌਥਾ ਚੈਪਟਰ ਬਣੇਗਾ। ਇਹ ਤੁਹਾਨੂੰ ਕਿਸੇ ਵੀ ਐਗਜ਼ਾਮ ਦਾ ਬੇਸ ਤਿਆਰ ਕਰਨ ਦੇ ਵਿੱਚ ਅਹਿਮ ਰੋਲ ਅਦਾ ਕਰੇਗੀ। ਠੀਕ ਹੈ, ਸੋ ਇਹਦੇ ਵਿੱਚ ਹੋ ਸਕਦਾ ਹੈ ਕਿ ਤੁਹਾਡੀ ਜਿਹੜੀ ਕੰਪੀਟੀਸ਼ਨ ਵਾਲੀ ਬੁੱਕ ਆ ਉਹਦੇ ਨਾਲ ਇਹਦੀਆਂ ਡੇਟਸ ਜਾਂ ਕਈ ਸਾਰੀਆਂ ਚੀਜ਼ਾਂ ਮੈਚ ਨਾ ਕਰਨ, ਕਿਉਂਕਿ ਇਹ ਪੰਜਾਬ ਬੋਰਡ ਦੀ 6ਵੀਂ ਦੀ ਬੁੱਕ ਦੇ ਅਕੋਰਡਿੰਗ ਹੈ। ਠੀਕ ਹੈ, ਉਸ ਨੂੰ ਵੀ ਮੁੱਖ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਤੁਹਾਡਾ ਬੇਸ ਤਿਆਰ ਕਰਨ ਦੇ ਲਈ ਵੀ ਤੁਹਾਨੂੰ ਇਹ ਕਲਾਸਿਸ ਹੈਲਪਫੁਲ ਰਹਿਣਗੀਆਂ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈਗੇ, ਅਤੇ ਇਹਨਾਂ ਸਾਰੀਆਂ ਕਲਾਸਾਂ ਦੀ PDF ਪਲੱਸ ਟੈਸਟ ਤੇ ਹੋਰ ਕਲਾਸਿਸ ਜਿਹੜੀਆਂ ਪ੍ਰੋਵਾਈਡ ਕਰਨ ਦੇ ਲਈ ਅਚੀਵ ਕਰਨ ਦੇ ਲਈ ਤੁਸੀਂ ਜਿਹੜਾ ਹੈ ਰਮਨ ਇੰਸਟੀਟਿਊਟ ਦੀ ਜੋ ਐਪ ਆ ਪਲੇ ਸਟੋਰ ਤੋਂ ਉਹ ਡਾਊਨਲੋਡ ਕਰ ਸਕਦੇ ਹੈਗੇ। ਓਕੇ, ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਇਸ ਦੇ ਵਿੱਚ ਆਪਾਂ ਪੜ੍ਹਾਂਗੇ ਜੀ ਵੈਦਿਕ ਪੀੜ, ਜੋ ਕਿ ਤੁਹਾਨੂੰ ਵੈਦਿਕ ਪੀੜ ਦਾ ਇੱਕ ਬੇਸ ਤਿਆਰ ਕਰਕੇ ਦੇਵੇਗਾ। ਜਿਵੇਂ ਜਿਵੇਂ ਆਪਾਂ ਵੱਡੀਆਂ ਕਲਾਸਾਂ ਦੀ ਜਿਹੜੀ ਕਲਾਸਿਸ ਜਾਵਾਂਗੇ ਉਸ ਤਰੀਕੇ ਨਾਲ ਇਹਦਾ ਜਿਹੜਾ ਸਿਲੇਬਸ ਆ ਉਹ ਲੈਂਥੀ ਹੁੰਦਾ ਜਾਊਗਾ, ਮੈਟਰ ਦੇ ਵਿੱਚ ਹੋਰ ਐਡ ਹੁੰਦਾ ਜਾਊਗਾ। ਠੀਕ ਹੈ, ਵੈਦਿਕ ਕਾਲ ਜਿਹਨੂੰ ਕਿ ਰਿਗਵੇਦਿਕ ਕਾਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜੋ ਭਾਰਤ ਦੇ ਵਿੱਚ 1500 ਤੋਂ ਲੈ ਕੇ 500 ਈਸਵੀ ਪੂਰਵ ਤੱਕ ਰਿਹਾ ਸੀ। ਤਕਰੀਬਨ 1000 ਸਾਲ ਤੱਕ ਇਸ ਕਾਲ ਦਾ ਸ਼ਾਸਨ ਰਿਹਾ ਸੀਗਾ। ਇਹ ਵੈਦਿਕ ਕਾਲ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਸ ਕਾਲ ਦੇ ਵਿੱਚ ਰਿਗਵੇਦ ਦੀ ਰਚਨਾ ਕੀਤੀ ਗਈ ਸੀ, ਤਾਂ ਕਰਕੇ ਇਹਨੂੰ ਵੈਦਿਕ ਕਾਲ ਕਹਿ ਦਿੰਦੇ ਆ। ਵੈਦਿਕ ਕਾਲ ਭਾਰਤ ਦਾ ਪਹਿਲਾ ਪੇਂਡੂ ਸੱਭਿਅਤਾ ਵਾਲਾ ਕਾਲ ਹੈ, ਕਿਉਂਕਿ ਇਸ ਤੋਂ ਪਹਿਲਾਂ ਸਿੰਧ ਘਾਟੀ ਦੀ ਸੱਭਿਅਤਾ ਸੀ, ਉਹ ਭਾਰਤ ਦੀ ਪਹਿਲੀ ਸ਼ਹਿਰੀ ਸੱਭਿਅਤਾ ਸੀ, ਤੇ ਇਹੀ ਜਿਹੜੀ ਵੈਦਿਕ ਕਾਲ ਵਾਲੀ ਸੱਭਿਅਤਾ ਹੈ ਇਹ ਭਾਰਤ ਦੀ ਪਹਿਲੀ ਪੇਂਡੂ ਸੱਭਿਅਤਾ ਆ ਜਾਂਦੀ ਹੈ, ਕਿਉਂਕਿ ਪੇਂਡੂ ਸੱਭਿਆਚਾਰ ਜਿਹੜਾ ਹੈ ਉਹ ਇਸ ਕਾਲ ਤੋਂ ਸ਼ੁਰੂ ਹੁੰਦਾ ਹੈ। ਵੈਦਿਕ ਕਾਲ ਨੂੰ ਦੋ ਹਿੱਸਿਆਂ ਦੇ ਵਿੱਚ ਜਾਂ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਇੱਕ ਭਾਗ ਨੂੰ ਕਿਹਾ ਜਾਂਦਾ ਹੈ ਰਿਗਵੇਦਿਕ ਜਾਂ ਵੈਦਿਕ ਕਾਲ, ਦੂਸਰੇ ਭਾਗ ਨੂੰ ਕਿਹਾ ਜਾਂਦਾ ਹੈ ਉੱਤਰ ਵੈਦਿਕ ਕਾਲ। ਸੋ ਪਹਿਲਾ ਹੈ ਰਿਗਵੇਦਿਕ ਕਾਲ। ਰਿਗਵੇਦਿਕ ਕਾਲ ਦਾ ਸਮਾਂ 1500 ਤੋਂ ਲੈ ਕੇ 1000 ਈਸਵੀ ਪੂਰਵ ਦਾ ਹੈਗਾ ਗਾ। ਇਸ ਕਾਲ ਦੇ ਵਿੱਚ ਰਿਗਵੇਦ, ਜੋ ਕਿ ਦੁਨੀਆ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਹੈ, ਉਹਦੀ ਰਚਨਾ ਕੀਤੀ ਗਈ ਸੀ। ਇਸ ਕਾਰਨ ਕਰਕੇ ਇਸ ਨੂੰ ਵੈਦਿਕ ਜਾਂ ਰਿਗਵੇਦਿਕ ਪੀਰੀਅਡ ਜਾਂ ਕਾਲ ਕਹਿ ਦਿੱਤਾ ਜਾਂਦਾ ਹੈ, 1500 ਤੋਂ ਲੈ ਕੇ 1000 ਈਸਵੀ ਪੂਰਵ ਤੱਕ ਦੀ। ਦੂਸਰਾ ਹੈ ਜੀ ਉੱਤਰ ਵੈਦਿਕ ਕਾਲ। ਉੱਤਰ ਵੈਦਿਕ ਕਾਲ ਜਿਹੜਾ ਹੈ ਉਹ 1000 ਈਸਵੀ ਪੂਰਵ ਤੋਂ ਲੈ ਕੇ 500 ਈਸਵੀ ਪੂਰਵ ਤੱਕ ਦਾ ਸਮਾਂ ਹੈਗਾ ਗਾ। ਠੀਕ ਹੈ, ਤਕਰੀਬਨ 500 ਸਾਲ ਦਾ ਜਿਹੜਾ ਸਮਾਂ ਬਣਦਾ ਹੈ। ਇਹ ਰਿਗਵੇਦ ਤੋਂ ਬਾਅਦ ਅਗਲੇ 3 ਜਿਹੜੇ ਗ੍ਰੰਥ ਨੇਗੇ, ਠੀਕ ਹੈ, ਜੋ ਪ੍ਰਾਚੀਨ ਗ੍ਰੰਥ ਨੇ, ਉਹਨਾਂ ਦੀ ਰਚਨਾ ਇਸ ਉੱਤਰ ਵੈਦਿਕ ਕਾਲ ਦੇ ਵਿੱਚ ਹੁੰਦੀ ਹੈਗੀ ਹੈ, ਜੋ ਕਿ 1000 ਤੋਂ ਲੈ ਕੇ 500 ਈਸਵੀ ਪੂਰਵ ਤੱਕ ਰਹਿੰਦਾ ਹੈ। ਧਿਆਨ ਦੇਣ ਯੋਗ ਪੁਆਇੰਟ ਹੈ ਕਿ ਪੰਜਾਬ ਬੋਰਡ ਦੀ ਬੁੱਕ ਦੇ ਅਕੋਰਡਿੰਗ ਇਹ ਸਮਾਂ 1500 ਤੋਂ ਲੈ ਕੇ 500 ਈਸਵੀ ਪੂਰਵ ਤੱਕ ਦਾ ਹੈ, ਬਟ ਜ਼ਿਆਦਾਤਰ ਜਿਹੜਾ ਇਹਨੂੰ ਪ੍ਰਮਾਣਤਾ ਦਿੱਤੀ ਜਾਂਦੀ ਹੈ ਸਮੇਂ ਨੂੰ, ਉਹ 1500 ਤੋਂ ਲੈ ਕੇ 600 ਈਸਵੀ ਪੂਰਵ ਤੱਕ ਦਾ ਹੈ, ਜੋ ਤੁਹਾਨੂੰ ਕੰਪੀਟੀਸ਼ਨ ਵਾਲੀਆਂ ਬੁੱਕ ਦੇ ਵਿੱਚ ਜਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਆ ਸਕਦਾ ਹੈ। ਬਟ 6ਵੀਂ ਦੇ ਅਕੋਰਡਿੰਗ ਜਿਹੜਾ ਹੈ 500 ਤੱਕ ਹੈ, ਬਟ ਐਕਚੁਅਲ ਦੇ ਵਿੱਚ ਜਿਹੜਾ ਸਮਾਂ ਮੰਨਿਆ ਜਾਂਦਾ ਹੈ ਜ਼ਿਆਦਾਤਰ ਉਹ 1500 ਤੋਂ ਲੈ ਕੇ 600 ਈਸਵੀ ਪੂਰਵ ਤੱਕ ਦਾ ਸਮਾਂ ਮੰਨਿਆ ਜਾਂਦਾ ਹੈ, ਜਿਸ ਦੇ ਵਿੱਚ ਵੈਦਿਕ ਕਾਲ ਪ੍ਰਫੁੱਲਤ ਹੋਇਆ, ਡਿਵੈਲਪ ਹੋਇਆ, ਤੇ ਇਸ ਤੋਂ ਬਾਅਦ ਇਸ ਦਾ ਅੰਤ ਹੋਇਆ, ਜਾਂ ਮੰਨ ਲਓ ਹੋਰ ਚੇਂਜਸ ਜਿਹੜੀਆਂ ਇਹਦੇ ਵਿੱਚ ਦੇਖਣ ਨੂੰ ਮਿਲਦੀਆਂ ਹੈਗੀਆਂ ਨੇ। ਵੈਦਿਕ ਪੀੜ ਨੂੰ ਜਾਣਨ ਦਾ ਸਭ ਤੋਂ ਅੱਛਾ ਸਾਡੇ ਕੋਲ ਜਿਹੜਾ ਸਰੋਤ ਹੈ ਉਹ ਸਾਹਿਤ ਹੈ, ਕਿਉਂਕਿ ਸਾਹਿਤ ਤੋਂ ਹੀ ਸਾਨੂੰ ਇਸ ਸਮੇਂ ਦੀ ਧਾਰਮਿਕ, ਸਮਾਜਿਕ, ਆਰਥਿਕ ਅਤੇ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਸ਼ੈਲੀਆਂ ਅਤੇ ਕਈ ਸਾਰੇ ਹੋਰ ਫੈਕਟਰਾਂ ਦੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਉਹਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਸਾਹਿਤ ਦਾ ਰੋਲ ਅਦਾ ਕਰਦੇ ਹੈ ਇਸ ਸਮੇਂ ਦੇ ਵਿੱਚ ਲਿਖੇ ਗਏ ਸਭ ਤੋਂ ਪੁਰਾਤਨ ਗ੍ਰੰਥ, ਜਿਨ੍ਹਾਂ ਨੂੰ ਕਿ ਵੇਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਵੇਦਾਂ ਦੀ ਜਿਹੜੀ ਸੰਖਿਆ ਹੈ ਉਹ 4 ਹੈ, ਜੋ ਕਿ ਰਿਗਵੇਦਿਕ ਕਾਲ ਦੇ ਵਿੱਚ ਲਿਖੇ ਗਏ ਨੇਗੇ। ਇਹ 4 ਵੇਦ ਹੈਗੇ ਨੇ। ਪਹਿਲਾ ਹੈ ਰਿਗਵੇਦ, ਜਿਹੜਾ ਕਿ ਪਹਿਲੇ ਵੈਦਿਕ ਕਾਲ ਦੇ ਵਿੱਚ ਹੀ ਲਿਖਿਆ ਸੀ, ਇਸ ਕਾਰਨ ਕਰਕੇ ਇਸ ਨੂੰ ਰਿਗਵੇਦਿਕ ਪੀੜ ਵੀ ਆਪਾਂ ਜਾਂ ਰਿਗਵੇਦਿਕ ਕਾਲ ਵੀ ਕਹਿ ਦਿੰਦੇ ਹੈਗੇ ਆਂਗੇ। ਰਿਗਵੇਦ ਜਿਹੜਾ ਹੈ ਇਹ ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ, ਸੰਸਾਰ ਦਾ ਸਭ ਤੋਂ ਪੁਰਾਣਾ ਗ੍ਰੰਥ,
ਰਿਗਵੇਦ ਨੂੰ ਹੀ ਕਿਹਾ ਜਾਂਦਾ ਹੈ। ਰਿਗਵੇਦ ਅਸਲ ਦੇ ਵਿੱਚ ਮੰਤਰਾਂ ਦਾ ਸੰਗ੍ਰਹਿ ਹੈ, ਜਿਸ ਦੇ ਵਿੱਚ ਤਕਰੀਬਨ 10,500 ਦੇ ਕਰੀਬ ਮੰਤਰ ਨੇਗੇ, ਜਿਨ੍ਹਾਂ ਨੂੰ ਕਿ ਵੱਖਰੇ ਵੱਖਰੇ ਤਰੀਕੇ ਦੇ ਨਾਲ ਉਚਾਰਨ ਦੇ ਲਈ ਜਿਹੜਾ ਜ਼ਿਕਰ ਕੀਤਾ ਗਿਆ ਹੈ। ਇਸੇ ਕਰਕੇ ਰਿਗਵੇਦ ਨੂੰ ਮੰਤਰਾਂ ਦਾ ਸੰਗ੍ਰਹਿ ਕਿਹਾ ਜਾਂਦਾ ਹੈ, ਕਿਉਂਕਿ ਵੱਡੀ ਸੰਖਿਆ ਦੇ ਵਿੱਚ ਮੰਤਰ ਜਿਹੜੇ ਹੈ ਉਹ ਇਸ ਵੇਦ ਦੇ ਵਿੱਚ ਮੌਜੂਦ ਹੈ। ਦੁਨੀਆ ਦਾ ਤੇ ਸੰਸਾਰ ਦਾ ਸਭ ਤੋਂ ਪੁਰਾਣਾ ਜਿਹੜਾ ਗ੍ਰੰਥ ਹੈ, ਪੁਸਤਕ ਹੈ। ਦੂਸਰਾ ਹੈ ਜੀ ਸਾਮਵੇਦ। ਸਾਮਵੇਦ ਗ੍ਰੰਥ ਜਿਹੜਾ ਹੈਗਾ ਗਾ, ਇਸ ਨੂੰ ਮੰਤਰਾਂ ਦੇ ਗਾਉਣ ਦਾ ਗ੍ਰੰਥ ਕਿਹਾ ਜਾਂਦਾ ਹੈ, ਕਿਉਂਕਿ ਇਸ ਗ੍ਰੰਥ ਦੇ ਵਿੱਚ ਜਿਹੜੇ ਮੰਤਰ ਨੇਗੇ ਉਹਨਾਂ ਦੇ ਉਚਾਰਨ, ਉਹਨਾਂ ਦੇ ਗਾਉਣ ਜਾਂ ਕਹਿ ਸਕਦੇ ਹਾਂ ਲੈਅ ਤੇ ਤਾਲ ਦੇ ਬਾਰੇ ਜ਼ਿਕਰ ਕੀਤਾ ਗਿਆ ਹੈਗਾ ਗਾ। ਇਸੇ ਕਾਰਨ ਕਰਕੇ ਹੀ ਸਾਮਵੇਦ ਨੂੰ ਜਿਹੜਾ ਹੈ ਭਾਰਤ ਦੇ ਸੰਗੀਤ ਦਾ ਜਨਮਦਾਤਾ ਗ੍ਰੰਥ ਕਿਹਾ ਜਾਂਦਾ, ਕਿਉਂਕਿ ਇਹਦੇ ਵਿੱਚ ਸੁਰ ਤਾਲ ਬਾਰੇ ਜਿਹੜਾ ਜ਼ਿਕਰ ਕੀਤਾ ਗਿਆ ਹੈ ਤੇ ਮੰਤਰਾਂ ਨੂੰ ਗਾਉਣ ਦੀ ਵਿਧੀ ਜਿਹੜੀ ਹੈ ਉਹਦਾ ਜ਼ਿਕਰ ਇਹਦੇ ਵਿੱਚ ਆਉਂਦਾ ਹੈ। ਰਿਗਵੇਦ ਦੇ ਵਿੱਚ ਸਿਰਫ ਮੰਤਰ ਨੇਗੇ, ਬਟ ਸਾਮਵੇਦ ਦੇ ਵਿੱਚ ਉਹਨਾਂ ਨੂੰ ਗਾਉਣ ਦੀ ਵਿਧੀ ਦਾ ਵੀ ਤਾਲ ਸੁਰ ਇਹਦਾ ਜ਼ਿਕਰ ਕੀਤਾ ਗਿਆ। ਇਸ ਕਾਰਨ ਕਰਕੇ ਇਹਨੂੰ ਸੰਗੀਤ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਇੰਪੋਰਟੈਂਟ ਪੁਆਇੰਟ ਹੈ, ਠੀਕ ਹੈ, ਸਾਮਵੇਦ ਨੂੰ, ਜੋ ਕਿ ਦੂਸਰਾ ਗ੍ਰੰਥ ਹੈ। ਤੀਸਰਾ ਗ੍ਰੰਥ ਹੈ ਜੀ ਯੁਜੁਰਵੇਦ। ਯੁਜੁਰਵੇਦ ਯੱਗ, ਯੁਜੁਰਵੇਦ ਯੱਗ, ਸੋ ਇਸ ਤਰੀਕੇ ਨਾਲ ਵੀ ਜੋੜ ਸਕਦੇ ਹੋ। ਯੁਜੁਰਵੇਦ ਜਿਹੜਾ ਹੈ ਇਹ ਯੱਗਾਂ ਦੇ ਵਿੱਚ ਪੜ੍ਹੇ ਜਾਣ ਵਾਲੇ ਮੰਤਰਾਂ ਦੇ ਬਾਰੇ ਹੈ। ਯੱਗਾਂ ਦੇ ਵਿੱਚ ਪੜ੍ਹੇ ਜਾਣ ਵਾਲੇ ਮੰਤਰਾਂ ਦਾ ਜ਼ਿਕਰ ਕਰਦਾ ਹੈ। ਯੁਜੁਰਵੇਦ ਦੇ ਵਿੱਚ ਬਲੀ ਦੀ ਵਿਧੀ ਅਤੇ ਯੱਗ ਦੀ ਵਿਧੀ ਅਤੇ ਪ੍ਰਕਿਰਿਆ ਦੇ ਬਾਰੇ ਜਿਹੜਾ ਹੈ ਉਹ ਜ਼ਿਕਰ ਕੀਤਾ ਗਿਆ ਹੈ। ਯੱਗਾਂ ਦੇ ਸਮੇਂ ਦੇ ਉੱਪਰ ਮੰਤਰ ਪੜ੍ਹੇ ਜਾਣਗੇ, ਉਹ ਸਾਰੇ ਯੁਜੁਰਵੇਦ ਦੇ ਵਿੱਚ ਹੈ, ਅਤੇ ਬਲੀ ਤੇ ਯੱਗ ਕਿਵੇਂ ਕੀਤਾ ਜਾਊਗਾ, ਕਿਹੜੇ ਕਿਹੜੇ ਪ੍ਰੋਸੈਸ ਰਹਿਣਗੇ, ਠੀਕ ਹੈ, ਕੀ ਕੁਝ ਉਸ ਦੇ ਵਿੱਚ ਹੋਵੇਗਾ, ਇਹ ਸਾਰਾ ਜ਼ਿਕਰ ਯੁਜੁਰਵੇਦ ਦੇ ਵਿੱਚ ਮਿਲਦਾ ਹੈ। ਚੌਥਾ ਤੇ ਲਾਸਟ ਹੈ ਜੀ ਅਥਰਵੇਦ। ਅਥਰਵੇਦ ਜਿਹੜਾ ਹੈ ਇਹ ਆਯੁਰਵੇਦ, ਅਥਰਵੇਦ ਆਯੁਰਵੇਦ ਇਸ ਤਰੀਕੇ ਨਾਲ ਵੀ ਜੋੜ ਸਕਦੇ ਹੋ। ਅਥਰਵੇਦ ਜਿਹੜਾ ਹੈ ਇਹ ਆਯੁਰਵੇਦਿਕ ਤੇ ਚਿਕਿਤਸਕ ਦੇ ਨਾਲ ਰਿਲੇਟਡ ਹੈ ਜੀ। ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਤੁਸੀਂ ਕਿਸੇ ਬਿਮਾਰੀ ਦਾ ਇਲਾਜ ਕਰ ਸਕਦੇ ਹੋ, ਇਹ ਅਥਰਵੇਦ ਦੇ ਵਿੱਚ ਹੈ। ਅਥਰਵੇਦ ਜਿੱਥੇ ਇਲਾਜ ਦੇ ਨਾਲ ਰਿਲੇਟਡ ਹੈ, ਉੱਥੇ ਹੀ ਕਹਿੰਦੇ ਇਹ ਜਾਦੂ ਟੂਣੇ ਦੇ ਨਾਲ ਵੀ ਸੰਬੰਧਿਤ ਹੈ ਕਿ ਕਿਸੇ ਨੂੰ ਵਸ਼ ਕਿਵੇਂ ਕਰਨਾ ਹੈ, ਕਿਸੇ ਨੇ ਕੀ ਕੁਝ ਕਰਨਾ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਅਥਰਵੇਦ ਦੇ ਵਿੱਚ ਆਉਂਦੀਆਂ ਨੇ। ਇਹ ਜਾਦੂ ਟੂਣੇ ਦੇ ਨਾਲ ਸੰਬੰਧ ਹੈ। ਤਾਂ ਤੁਹਾਨੂੰ ਸਵਾਲ ਆ ਸਕਦਾ ਹੈ ਕਿ ਜਾਦੂ ਟੂਣੇ ਦੇ ਨਾਲ ਸੰਬੰਧ ਕਿਹੜਾ ਵੇਦ ਹੈ ਜੀ? ਅਥਰਵੇਦ, ਜੋ ਕਿ ਚੌਥਾ ਹੈ ਤੇ ਲਾਸਟ ਹੈ। ਓਕੇ, ਇਸ ਤੋਂ ਇਲਾਵਾ ਹੋਰ ਵੀ ਕਈ ਸਾਰੀਆਂ ਮਤਲਬ ਧਾਰਮਿਕ ਜਾਂ ਉਸ ਸਮੇਂ ਦੇ ਕੁਝ ਗ੍ਰੰਥ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਸਾਨੂੰ ਉੱਤਰ ਵੈਦਿਕ ਤੇ ਵੈਦਿਕ ਪੀੜ ਬਾਰੇ ਪਤਾ ਲੱਗਦਾ ਹੈ, ਜਿਨ੍ਹਾਂ ਦੇ ਵਿੱਚ ਬ੍ਰਾਹਮਣ, ਆਰਣਯਕ, ਸੂਤਰ, ਉਪਨਿਸ਼ਦ ਇਹ ਵੀ ਨਾਮ ਜਿਹੜੇ ਜ਼ਿਕਰਯੋਗ ਨੇ, ਜਿਨ੍ਹਾਂ ਤੋਂ ਸਾਨੂੰ ਜਿਹੜਾ ਪਤਾ ਲੱਗਦਾ ਹੈ ਕਿ ਉਸ ਸਮੇਂ ਦੇ ਵਿੱਚ ਕੀ ਹੋਇਆ ਹੈ। ਇਹਨਾਂ ਸਾਰੇ ਹੀ ਗ੍ਰੰਥਾਂ ਨੂੰ ਜਾਂ ਇਹਨਾਂ ਸਾਰੀਆਂ ਹੀ ਪੁਸਤਕਾਂ ਨੂੰ ਵੈਦਿਕ ਸਾਹਿਤ ਦਾ ਨਾਮ ਦਿੱਤਾ ਜਾਂਦਾ ਹੈ। ਪਰ 6ਵੀਂ ਲੈਵਲ ਦੇ ਅਕੋਰਡਿੰਗ ਜਾਂ ਕੰਪੀਟੀਸ਼ਨ ਦੇ ਅਕੋਰਡਿੰਗ ਆ 4 ਵੇਦ ਸਭ ਤੋਂ ਵੱਧ ਮਹੱਤਵਪੂਰਨ ਨੇ। ਓਕੇ, ਵੈਦਿਕ ਕਾਲ। ਵੈਦਿਕ ਕਾਲ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਜੀ ਆਰੀਆ। ਆਰੀਆ ਇਸ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਸਿੰਧ ਘਾਟੀ ਦੀ ਸੱਭਿਅਤਾ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਆਰੀਅਨ ਲੋਕ ਆਉਂਦੇ ਹੈਗੇ ਨੇਗੇ। ਆਪਾਂ ਸਿੰਧ ਘਾਟੀ ਵਾਲੇ ਚੈਪਟਰ 'ਚ ਪੜ੍ਹਿਆ ਸੀਗਾ ਕਿ ਜਦੋਂ ਸਿੰਧ ਘਾਟੀ ਸੱਭਿਅਤਾ ਦਾ ਪਤਨ ਹੋਇਆ ਸੀਗਾ ਤਾਂ ਉਹਦਾ ਮੇਨ ਕਾਰਨ ਇੱਕ ਵੀ ਮੰਨਿਆ ਗਿਆ ਸੀ ਕਿ ਉਹਨਾਂ ਦੇ ਉੱਪਰ ਆਰੀਆ ਨੇ ਹਮਲੇ ਕੀਤੇ ਸੀਗੇ। ਆਰੀਅਨ ਲੋਕ ਜਿਹੜੇ ਹੈ ਇਹ ਮੱਧ ਏਸ਼ੀਆ ਤੋਂ ਆਏ ਸੀਗੇ, ਜਿਨ੍ਹਾਂ ਨੇ ਕਿ ਸਿੰਧ ਘਾਟੀ ਦੇ ਖੇਤਰ ਦੇ ਉੱਪਰ ਹਮਲਾ ਕੀਤਾ ਅਤੇ ਸਿੰਧ ਘਾਟੀ ਦੇ ਲੋਕ ਉੱਥੋਂ ਹਟ ਕੇ ਦੱਖਣ ਦੇ ਵੱਲ ਚਲੇ ਗਏ, ਗੰਗਾ ਨਦੀ ਦੇ ਵਾਲੇ ਖੇਤਰ ਦੇ ਵਿੱਚ ਚਲੇ ਗਏ, ਪਰ ਉਸ ਜਗ੍ਹਾ ਦੇ ਉੱਪਰ ਆ ਕੇ ਜਿਹੜੇ ਹੈਗੇ ਨੇ ਇਹ ਆਰੀਅਨ ਲੋਕ ਵਸ ਗਏ ਸੀ। ਇਸੇ ਕਾਰਨ ਕਰਕੇ ਕਈ ਵਾਰ ਵੈਦਿਕ ਸੱਭਿਅਤਾ ਦੇ ਲੋਕਾਂ ਨੂੰ ਆਰੀਆ ਵੀ ਕਹਿ ਦਿੱਤਾ ਜਾਂਦਾ ਹੈ। ਇੰਪੋਰਟੈਂਟ ਹੈ, ਠੀਕ ਹੈ, ਵੈਦਿਕ ਸੱਭਿਅਤਾ ਦੇ ਲੋਕਾਂ ਨੂੰ ਆਰੀਅਨ ਜਿਹੜਾ ਕਿਹਾ ਜਾਂਦਾ ਹੈਗਾ ਗਾ। ਜਿਹੜੇ ਇਹ ਆਰੀਅਨ ਲੋਕ ਜਾਂ ਵੈਦਿਕ ਸੱਭਿਅਤਾ ਦਾ ਜਿਹੜਾ ਵਿਸਥਾਰ ਰਿਹਾ ਸੀਗਾ ਉਹ ਪੰਜਾਬ ਦੇ ਵਿੱਚ ਯਮੁਨਾ ਨਦੀ ਤੋਂ ਲੈ ਕੇ ਅਫਗਾਨਿਸਤਾਨ ਦੀ ਸੀਮਾ ਤੱਕ ਦਾ ਖੇਤਰ ਸੀਗਾ, ਠੀਕ ਹੈ। ਸਾਰੇ ਖੇਤਰ ਦੇ ਵਿੱਚ ਆਰੀਅਨ ਲੋਕ ਰਹਿੰਦੇ ਸੀਗੇ, ਇੱਥੇ ਆ ਕੇ ਇਹ ਵਸ ਗਏ ਸੀਗੇ ਤੇ ਅਕਸਰ ਆਪਾਂ ਨੂੰ ਜਿਹੜਾ ਵੰਸ਼ਜ ਆ ਉਹ ਇਹਨਾਂ ਦੇ ਮੰਨਿਆ ਜਾਂਦਾ ਹੈ, ਕਿਉਂਕਿ ਕੱਦ ਕਾਠ ਜਾਂ ਸਿਹਤ ਦੇ ਪੱਖੋਂ ਗੱਲ ਕਰੀਏ ਤਾਂ ਉਹ ਇਹਨਾਂ ਦੇ ਨਾਲ ਮਿਲਦੀ ਜੁਲਦੀ ਹੈ ਸਾਡੀ, ਉੱਥੋਂ ਮਤਲਬ ਸਾਰਾ ਕੁਝ ਸ਼ੁਰੂ ਹੋਇਆ ਸੀਗਾ। ਆਰੀਆ ਮੱਧ ਏਸ਼ੀਆ ਤੋਂ ਆਈ ਸੀ। ਆਰੀਆ ਦਾ ਅਰਥ ਹੈ ਜੀ ਸਰਬ ਉੱਤਮ, ਸਿੱਖਤ ਤੇ ਸੱਭਿਅਕ ਤੇ ਬਲਵਾਨ। ਇਹ ਹੱਟੇ ਕੱਟੇ ਸੀਗੇ, ਗੋਰੇ ਰੰਗ ਦੇ ਹੁੰਦੇ ਸੀਗੇ ਤੇ ਬੜੇ ਵੀ ਬਹਾਦਰ ਵੀ ਕਹਿ ਸਕਦੇ ਹੈਗੇ ਰਹੇ ਸੀਗੇ। ਇਸ ਕਾਰਨ ਕਰਕੇ ਆਰੀਆ ਦਾ ਮਤਲਬ ਸਰਬ ਉੱਤਮ, ਸਰਬ ਉੱਚ ਜਿਹੜਾ ਇਸ ਦੇ ਵਿੱਚ ਆ ਜਾਂਦਾ ਹੈਗਾ ਗਾ। ਆਰੀਅਨ ਲੋਕਾਂ ਦੇ ਨਿਵਾਸ ਸਥਾਨ ਨੂੰ ਲੈ ਕੇ ਕਈ ਸਾਰੇ ਸਿਧਾਂਤ ਪ੍ਰਚਲਿਤ ਨੇ। 6ਵੀਂ ਬੁੱਕ ਦੇ ਅਕੋਰਡਿੰਗ ਆਪਾਂ ਗੱਲ ਕਰੀਏ ਤਾਂ ਮੱਧ ਏਸ਼ੀਆ ਦਾ ਤੇ ਪੰਜਾਬ। ਕਈ ਲੋਕ ਇਸ ਨੂੰ ਮੰਨਦੇ ਹੈ ਕਿ ਮੱਧ ਏਸ਼ੀਆ ਤੋਂ ਆਏ ਸੀਗੇ ਤੇ ਕੁਝ ਮੰਨਦੇ ਹੈ ਪੰਜਾਬ ਤੋਂ, ਤੇ ਕੁਝ ਲੋਕ ਮੰਨਦੇ ਹੈ ਕਿ ਉਸ ਦੇ ਖੇਤਰ ਦੇ ਵਿੱਚੋਂ ਆਏ ਸੀਗੇ, ਯਾਨੀ ਕਿ ਯੂਰਪ ਦੀ ਸੀਮਾਵਰਤੀ ਜਿਹੜੇ ਇਲਾਕੇ ਸੀਗੇ, ਜਿਸ ਦੇ ਵਿੱਚ ਜਰਮਨੀ ਤੇ ਹੰਗਰੀ ਨੂੰ ਕਈ ਵਾਰ ਮੰਨਿਆ ਜਾਂਦਾ ਹੈਗਾ ਗਾ। ਅਤੇ ਕੁਝ ਲੋਕ ਜਿਹੜੇ ਇਸ ਨੂੰ
ਆਰੀਆਂ ਨੂੰ ਜਿਹੜਾ ਹੈ ਭਾਰਤ ਦੇ ਹੀ ਮੂਲ ਨਿਵਾਸੀ ਮੰਨਦੇ ਆ ਕਿ ਆਰੀਅਨ ਲੋਕ ਕਿਸੇ ਪਾਸੇ ਤੋਂ ਆਏ ਨਹੀਂ ਸੀ, ਸਗੋਂ ਭਾਰਤ ਦੇ ਹੀ ਲੋਕ ਸੀ। ਇਹਨਾਂ ਨੇ ਆਪਣਾ ਸਮਰਾਜ ਜਿਹੜਾ ਹੈ ਉਹ ਸਟੈਬਲਿਸ਼ ਕਰ ਲਿੱਤਾ ਸੀਗਾ। ਇੱਕ ਪ੍ਰਸਿੱਧ ਇਤਿਹਾਸਕਾਰ ਹੈ ਜੀ ਜਿਸ ਦਾ ਨਾਮ ਹੈ ਜੀ ਪ੍ਰੋਫੈਸਰ ਮੈਕਸ ਮੁਲਰ, ਜਰਮਨ ਵਿਦਵਾਨ ਹੈ। ਇਹਦਾ ਸਿਧਾਂਤ ਸਭ ਤੋਂ ਵੱਧ ਪ੍ਰਮਾਣਿਤ ਹੈ। ਇਹਦੇ ਅਕੋਰਡਿੰਗ ਜਿਹੜੇ ਆਰੀਅਨ ਲੋਕ ਹੈ ਉਹ ਭਾਰਤ ਦੇ ਵਿੱਚ ਮੱਧ ਏਸ਼ੀਆ ਤੋਂ ਆਏ ਸੀਗੇ। ਸੋ ਉੱਥੋਂ ਆ ਕੇ ਜਿਹੜੇ ਭਾਰਤ ਦੇ ਵਿੱਚ ਸਿੰਧ ਘਾਟੀ ਦੀ ਸੱਭਿਅਤਾ ਵਾਲੇ ਖੇਤਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਇਹਨਾਂ ਨੇ। ਸਿੰਧ ਘਾਟੀ ਦੀ ਸੱਭਿਅਤਾ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਰਿਗਵੇਦਿਕ ਕਾਲ ਸ਼ੁਰੂ ਹੁੰਦਾ ਹੈ, ਤੇ ਰਿਗਵੇਦਿਕ ਕਾਲ ਦੇ ਵਿੱਚ ਆਪਾਂ ਇੱਕ ਨਾਮ ਪੜ੍ਹਦੇ ਹੁੰਦੇ ਹੈਗੇ ਆ ਜਿਸ ਦੇ ਵਿੱਚ ਪੰਜਾਬ ਦਾ ਨਾਮ ਆਉਂਦਾ ਹੁੰਦਾ ਹੈ। ਉਹ ਨਾਮ ਆਉਂਦਾ ਹੁੰਦਾ ਹੈ ਕਿ ਪੰਜਾਬ ਨੂੰ ਰਿਗਵੇਦਿਕ ਕਾਲ ਦੇ ਵਿੱਚ ਕੀ ਕਿਹਾ ਗਿਆ ਸੀਗਾ, ਉਹ ਨਾਮ ਕਿਹਾ ਜਾਂਦਾ ਸੀਗਾ ਜਿਸ ਨੂੰ ਸਪਤ ਸਿੰਧੂ ਦਾ, ਠੀਕ ਹੈ, ਸਪਤ ਸਿੰਧੂ ਦਾ ਨਾਮ ਦਿੱਤਾ ਗਿਆ ਸੀਗਾ ਪੰਜਾਬ ਨੂੰ। ਸਪਤ ਸਿੰਧੂ ਦਾ ਮਤਲਬ ਸੀ ਨਦੀਆਂ ਦੇ ਨਾਲ ਰਿਲੇਟਡ, ਕਿ ਪੰਜਾਬ ਦੇ ਵਿੱਚ ਉਸ ਸਮੇਂ ਕਿੰਨੀਆਂ ਨਦੀਆਂ ਸੀ, 7 ਨਦੀਆਂ, ਤੇ ਉਹਨਾਂ 7 ਨਦੀਆਂ ਦੇ ਆਧਾਰ ਦੇ ਉੱਪਰ ਹੀ ਪੰਜਾਬ ਦਾ ਨਾਮ ਸਪਤ ਸਿੰਧੂ ਰੱਖਿਆ ਹੋਇਆ ਸੀ ਰਿਗਵੇਦਿਕ ਕਾਲ ਦੇ ਵਿੱਚ। ਸੋ ਇਹ 7 ਨਦੀਆਂ ਇਹ ਵਾਲੀਆਂ ਨੇ ਜਿਨ੍ਹਾਂ ਦੇ ਆਧਾਰ ਦੇ ਉੱਪਰ ਆਪਾਂ ਪੰਜਾਬ ਨੂੰ ਇਹ ਨਾਮ ਦਿੱਤਾ ਸੀ, ਜਿਹਦੇ ਵਿੱਚ ਸਿੰਧੂ ਨਦੀ, ਦੂਸਰੀ ਜੇਹਲਮ ਨਦੀ ਜਿਹਦਾ ਕਿ ਰਿਗਵੇਦਿਕ ਕਾਲ ਦੇ ਵਿੱਚ ਨਾਮ ਸੀਗਾ ਜੀ ਵਿਤਸਤਾ। ਆਹ ਨਾਮ ਵੈਰੀ ਇੰਪੋਰਟੈਂਟ ਹੈ, ਨੋਟ ਕਰ ਲੈਣਾ, ਠੀਕ ਹੈ। ਦੂਸਰਾ ਦਰਿਆ ਸੀ, ਤੀਸਰਾ ਦਰਿਆ ਸੀ ਚਨਾਬ ਜਿਹਨੂੰ ਕਿ ਅਸਕਨੀ ਕਿਹਾ ਜਾਂਦਾ ਸੀ। ਚੌਥਾ ਦਰਿਆ ਸੀ ਰਾਵੀ ਜਿਹਨੂੰ ਪੁਰਸ਼ਨੀ ਕਿਹਾ ਜਾਂਦਾ ਸੀ। ਪੰਜਵਾਂ ਦਰਿਆ ਵਿਆਸ ਹੈ ਜਿਹਨੂੰ ਵਿਪਾਸ਼ਾ ਕਿਹਾ ਜਾਂਦਾ ਸੀ। ਛੇਵਾਂ ਦਰਿਆ ਹੈ ਸਤਲੁਜ ਜਿਸ ਨੂੰ ਸਤੋਦਰੀ ਕਿਹਾ ਜਾਂਦਾ ਸੀਗਾ। ਸੱਤਵਾਂ ਸੀਗਾ ਜੀ ਸਰਸਵਤੀ ਜਿਹਨੂੰ ਅੱਜ ਕੱਲ੍ਹ ਘੱਗਰ ਦੇ ਨਾਮ ਨਾਲ ਵੀ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ। ਤਾਂ ਟੋਟਲ 7 ਦਰਿਆ ਸੀਗੇ ਜੋ ਪੰਜਾਬ ਦੇ ਵਿੱਚ ਵਹਿੰਦੇ ਸੀਗੇ, ਜਿਸ ਦੇ ਕਾਰਨ ਕਰਕੇ ਪੰਜਾਬ ਦਾ ਨਾਮ ਸਪਤ ਸਿੰਧੂ ਰੱਖਿਆ ਗਿਆ ਸੀਗਾ। ਪਰ ਇਸ ਤੋਂ ਇਲਾਵਾ ਵੀ ਕਈ ਸਾਰੀਆਂ ਹੋਰ ਨਦੀਆਂ ਜਿਹੜੀਆਂ ਵੈਦਿਕ ਕਾਲ ਦੇ ਵਿੱਚ ਸੀ, ਜਿਵੇਂ ਜਮਨਾ ਤੇ ਗੰਗਾ ਦਾ ਵੀ ਜਿਹੜਾ ਉਹ ਜ਼ਿਕਰ ਕੀਤਾ ਗਿਆ ਹੈ। ਆ ਪ੍ਰਾਚੀਨ ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸਿੰਧ ਨਦੀ ਪ੍ਰਾਚੀਨ ਨਦੀਆਂ ਦੇ ਵਿੱਚ ਆਉਂਦੀ ਹੈ। ਜੇਹਲਮ ਨੂੰ ਵਿਤਸਤਾ ਕਿਹਾ ਜਾਂਦਾ ਹੈ, ਜੇਹਲਮ ਨੂੰ ਵਿਤਸਤਾ ਕਿਹਾ ਜਾਂਦਾ ਹੈ। ਚਨਾਬ ਨੂੰ ਅਸਕਨੀ ਕਿਹਾ ਜਾਂਦਾ ਹੈ। ਰਾਵੀ ਨੂੰ ਪ੍ਰਸ਼ਨੀ ਕਿਹਾ ਜਾਂਦਾ ਹੈ। ਬਿਆਸ ਨੂੰ ਵਿਪਾਸ਼ਾ ਕਿਹਾ ਜਾਂਦਾ ਹੈ। ਸਤਲੁਜ ਨੂੰ ਸਤੁਦਰੀ ਕਿਹਾ ਜਾਂਦਾ ਹੈ। ਇਹ ਨਾਮ ਵੈਰੀ ਇੰਪੋਰਟੈਂਟ ਨੇਗੇ, ਤਾਂ ਇਹਨਾਂ ਨੂੰ 2-3 ਵਾਰੀ ਰਿਵਾਈਜ਼ ਕਰ ਲੈਣਾ, ਬੜਾ ਸੌਖਾ ਹੋ ਜਾਣਾ, ਠੀਕ ਹੈ। ਸਤਲੁਜ ਨੂੰ ਸਤੁਦਰੀ ਨਾਮ 'ਚ ਆਉਂਦਾ ਹੈ। ਬਿਆਸ ਵਿਪਾਸ਼ਾ ਸੇਮ ਹੈ। ਰਾਵੀ ਪ੍ਰਸ਼ਨੀ ਸ਼ਬਦ ਆਉਂਦਾ ਹੈ ਇਸ ਦੇ ਵਿੱਚ, ਅਤੇ ਚਨਾਬ ਨੂੰ ਅਸਕਣੀ ਤੇ ਜੇਹਲਮ ਨੂੰ ਵਿਤਸਤਾ ਦਾ ਜਿਹੜਾ ਨਾਮ ਹੈ ਉਹ ਦਿੱਤਾ ਗਿਆ ਸੀਗਾ। ਓਕੇ, ਵੈਦਿਕ ਕਾਲ ਦੇ ਵਿੱਚ ਜਿਹੜੀ ਸਰਸਵਤੀ ਨਦੀ ਸੀਗੀ ਉਸ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਸੀ, ਤੇ ਕਾਫੀ ਜ਼ਿਕਰ ਜਿਹੜਾ ਇਸ ਦਾ ਦੇਖਣ ਨੂੰ ਮਿਲਦਾ ਹੈਗਾ ਗਾ, ਠੀਕ ਹੈ। ਤੇ ਪੰਜਾਬ ਨੂੰ ਆਪਾਂ ਪੜ੍ਹ ਹੀ ਚੁੱਕੇ ਹਾਂ ਕਿ ਇੱਥੇ ਸਪਤ ਸਿੰਧੂ ਕਿਹਾ ਜਾਂਦਾ ਸੀਗਾ ਕਿਉਂਕਿ 7 ਨਦੀਆਂ ਦਾ ਪ੍ਰਦੇਸ਼ ਇਸ ਨੂੰ ਕਿਹਾ ਜਾਂਦਾ ਸੀਗਾ। ਓਕੇ, ਨੈਕਸਟ ਹੈ ਜੀ ਵੈਦਿਕ ਪੀੜ ਦੇ ਵਿੱਚ ਜੋ ਰਾਜਨੀਤਿਕ ਜੀਵਨ ਹੈ ਉਹ ਕਿਹੋ ਜਿਹਾ ਸੀਗਾ, ਮਤਲਬ ਕਿਸ ਤਰੀਕੇ ਦੇ ਨਾਲ ਜਿਹੜਾ ਪੋਲੀਟੀਕਲ ਸਿਸਟਮ ਉਹਨਾਂ ਦਾ ਚੱਲਦਾ ਸੀਗਾ ਜੀ। ਉਸ ਸਮੇਂ ਦਾ ਜਿਹੜਾ ਸਮਾਜ ਸੀਗਾ ਆਰੰਭਕ ਵੈਦਿਕ ਕਾਲ ਦਾ, ਸੋ ਉਸ ਨੂੰ ਛੋਟੇ ਕਬੀਲਿਆਂ ਦੇ ਵਿੱਚ ਡਿਵਾਈਡ ਕੀਤਾ ਗਿਆ ਸੀ। ਕੋਈ ਵੱਡਾ ਸਾਮਰਾਜ ਨਹੀਂ ਸੀ, ਛੋਟੇ ਖੇਤਰਾਂ ਦੇ ਵਿੱਚ ਵੰਡਿਆ ਸੀ, ਜਿਹਨੂੰ ਕਿ ਅਨੂ, ਯਦੂ, ਪਰੂ ਜਾਂ ਭਰਤ ਕਿਹਾ ਜਾਂਦਾ ਸੀ। ਇਹ 4 ਕਬੀਲਿਆਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਹੈ। ਮੰਨਿਆ ਜਾਂਦਾ ਹੈ ਕਿ ਜਿਹੜਾ ਭਰਤ ਕਬੀਲਾ ਹੈ ਇਹਦੇ ਨਾਮ ਦੇ ਉੱਪਰ ਹੀ ਸਾਡੇ ਭਾਰਤ ਦੇਸ਼ ਦਾ ਨਾਮ ਜਿਹੜਾ ਹੈ ਉਹ ਭਾਰਤ ਪਿਆ ਸੀ, ਇਹ ਵੀ ਮੰਨਿਆ ਜਾਂਦਾ ਹੈਗਾ ਗਾ। ਇਸ ਤੋਂ ਬਾਅਦ ਇਹਨਾਂ ਨੂੰ ਮਿਲਾ ਕੇ ਬਾਅਦ ਦੇ ਵਿੱਚ, ਠੀਕ ਆ, ਆਰੰਭਕ ਦੇ ਵਿੱਚ 4 ਅਨੂ, ਯਦੂ, ਪਰੂ ਅਤੇ ਭਰਤ ਹੈ। ਬਟ ਇਸ ਤੋਂ ਬਾਅਦ ਇਹਨਾਂ ਸਾਮਰਾਜਾਂ ਨੂੰ ਵੱਡੇ ਕਰਕੇ ਦੇ ਵਿੱਚ ਹੋਰ ਕਬੀਲੇ ਸ਼ਾਮਲ ਕਰਕੇ ਕਈ ਵੱਡੇ ਰਾਜ ਵੀ ਬਣੇ, ਜਿਨ੍ਹਾਂ ਦੇ ਵਿੱਚੋਂ ਕੁਰੂ, ਪੰਚਾਲ ਤੇ ਵਦੇ, ਕੁਰੂ, ਪੰਚਾਲ ਤੇ ਵਦੇ ਜਿਹੜੇ ਆ ਵੱਡੇ ਰਾਜ ਵੀ ਸੀਗੇ ਉਸ ਸਮੇਂ ਦੇ ਵਿੱਚ, ਜੋ ਸਮੇਂ ਦੇ ਨਾਲ ਵੱਡੇ ਹੋ ਚੁੱਕੇ ਸੀਗੇ ਕਿਉਂਕਿ ਆਪਣੇ ਅਧੀਨ ਬਹੁਤ ਸਾਰੇ ਖੇਤਰ ਇਹਨਾਂ ਨੇ ਕਵਰ ਕਰ ਲਿੱਤੇ ਸੀ। ਰਾਜਨੀਤਿਕ ਜੀਵਨ ਦੇ ਵਿੱਚ ਸਭ ਤੋਂ ਉੱਚਾ ਰੈਂਕ ਜਿਹੜਾ ਹੈ ਉਸ ਸਮੇਂ ਰਾਜੇ ਦਾ ਹੁੰਦਾ ਸੀਗਾ, ਤੇ ਰਾਜਾ ਜਿਹੜਾ ਹੈ ਉਹ ਰਾਜ ਦਾ ਮੁਖੀਆ ਹੁੰਦਾ ਸੀਗਾ, ਜਿਸ ਨੂੰ ਕਿ ਉਸ ਸਮੇਂ ਦੇ ਵਿੱਚ ਰਾਜਨ ਦਾ ਨਾਮ ਦਿੱਤਾ ਜਾਂਦਾ ਸੀ। ਰਾਜਾ ਰਾਜ ਦਾ ਮੁਖੀ ਸੀ, ਜਿਸ ਨੂੰ ਰਾਜਨ ਦਾ ਨਾਮ ਦਿੱਤਾ ਗਿਆ ਸੀਗਾ। ਇਹਦਾ ਉੱਤਰਾਧਿਕਾਰੀ ਅਕਸਰ ਰਾਜ ਦਾ ਵੱਡਾ ਪੁੱਤਰ ਹੁੰਦਾ ਸੀਗਾ ਤੇ ਉਸੇ ਨੂੰ ਹੀ ਉੱਤਰਾਧਿਕਾਰੀ ਬਣਾਇਆ ਜਾਂਦਾ ਸੀਗਾ। ਰਾਜ ਦੀ ਸਹਾਇਤਾ ਦੇ ਲਈ ਇੱਕ ਸਭਾ ਤੇ ਸੰਮਤੀ ਸੀਗੀ, ਜਿਸ ਦੇ ਵਿੱਚ ਮੰਤਰੀ ਹੁੰਦੇ ਸੀਗੇ ਤੇ ਸਭਾਨਾਮੀ ਸਥਾਨ ਦੇ ਉੱਪਰ ਜਾ ਕੇ ਜਿਹੜਾ ਹੈ ਉਹ ਮੀਟਿੰਗ ਕਰਦੇ ਹੁੰਦੇ ਸੀਗੇ। ਓਕੇ, ਰਾਜੇ ਦੀ ਸਹਾਇਤਾ ਦੇ ਲਈ ਕੁਝ ਅਧਿਕਾਰੀ ਵੀ ਜਿਹੜੇ ਆ ਜ਼ਿਕਰਯੋਗ ਕੀਤੇ ਗਏ ਨੇਗੇ, ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਪੁਰੋਹਿਤ ਸੀਗਾ ਜੋ ਕਿ ਮੁੱਖ ਸਲਾਹਕਾਰ ਸੀਗਾ ਤੇ ਧਾਰਮਿਕ ਕੰਮ ਕਰਨ ਵਾਲਾ ਵਿਅਕਤੀ ਸੀਗਾ। ਪੁਰੋਹਿਤ ਅਕਸਰ ਜਿਹੜਾ ਹੈ ਰਾਜੇ ਨੂੰ ਪ੍ਰਮੁੱਖ ਤੌਰ ਦੇ ਉੱਪਰ ਸਲਾਹ ਦਿੰਦਾ ਹੁੰਦਾ ਸੀਗਾ, ਮੇਨ ਸਲਾਹਕਾਰ ਸੀਗਾ, ਅਤੇ ਧਾਰਮਿਕ ਕੰਮ ਕਰਨ ਦੇ ਵਿੱਚ, ਜੱਗ ਵਗੈਰਾ ਕਰਨ ਦੇ ਵਿੱਚ ਇਹ ਬੰਦਾ ਯੋਗਦਾਨ ਦਿੰਦਾ ਸੀਗਾ। ਦੂਸਰਾ ਸੈਨਾਨੀ ਹੈ। ਸੈਨਾਨੀ ਦਾ ਮੁੱਖ ਕੰਮ ਸੀਗਾ ਜੀ ਸੈਨਾ ਦਾ ਅਧਿਐਨ ਕਰਨਾ, ਯਾਨੀ ਕਿ ਸੈਨਾ ਦਾ ਮੁਖੀ ਜਿਹੜਾ ਹੈ ਉਹ ਸੈਨਾਨੀ ਸੀ। ਸਾਰਾ ਕੁਝ ਯੁੱਧ ਨੂੰ ਲੈ ਕੇ ਜਿਹੜਾ ਪ੍ਰਬੰਧ ਹੁੰਦਾ ਸੀ ਉਹ ਇਹਦਾ ਹੁੰਦਾ ਸੀਗਾ। ਤੀਸਰਾ ਸੀਗਾ ਜੀ ਗ੍ਰਾਮੀਣੀ। ਗ੍ਰਾਮਣੀ ਜਿਹੜਾ ਸੀ ਇਹ ਪਿੰਡ ਦਾ ਮੁਖੀਆ ਹੁੰਦਾ ਸੀਗਾ, ਯਾਨੀ ਕਿ ਅੱਜ ਦਾ ਸਰਪੰਚ ਜਿਹੜਾ ਹੈ ਉਹ ਉਸ ਸਮੇਂ ਦੇ ਵਿੱਚ ਗ੍ਰਾਮਣੀ ਕਹਾਉਂਦਾ ਹੁੰਦਾ ਸੀ। ਓਕੇ, ਸਮਾਜਿਕ ਲਾਈਫ, ਸੋਸ਼ਲ ਲਾਈਫ ਕਿਸ ਤਰ੍ਹਾਂ ਦੀ ਸੀ ਜਿਨ੍ਹਾਂ ਦੀ, ਸੋ ਉਸ ਸਮੇਂ ਦਾ ਜਿਹੜਾ ਸਮਾਜ ਹੈ ਉਹ 4 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। 4 ਭਾਗ ਮਤਲਬ 4 ਜਾਤਾਂ ਦੇ ਵਿੱਚ, ਠੀਕ ਹੈ। ਇਹਨਾਂ 4 ਜਾਤਾਂ ਨੂੰ ਉਸ ਸਮੇਂ ਦੇ ਵਿੱਚ ਵਰਣ ਕਿਹਾ ਜਾਂਦਾ ਸੀਗਾ। ਇਹਨਾਂ ਜਾਤਾਂ ਨੂੰ ਉਸ ਸਮੇਂ ਦੇ ਵਿੱਚ ਵਰਣ ਕਿਹਾ ਜਾਂਦਾ ਸੀਗਾ।
ਸੌਰੀ, ਇਹ 4 ਵਰਨ ਕਿਹੜੇ ਸੀਗੇ ਜੀ? ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। 4 ਇਸ ਦੇ ਵਿੱਚ ਆ ਜਾਂਦੇ ਹੈਗੇ ਨੇਗੇ, ਜੋ ਕਿ ਵੈਦਿਕ ਕਾਲ ਦੇ ਵਿੱਚ ਪ੍ਰਚਲਿਤ ਰਹੇ ਸੀਗੇ। ਪਹਿਲਾ ਹੈ ਜੀ ਬ੍ਰਾਹਮਣ। ਬ੍ਰਾਹਮਣ ਜਿਸ ਦਾ ਕੰਮ ਸੀਗਾ ਜੀ ਪੜ੍ਹਨਾ, ਪੜ੍ਹਾਉਣਾ ਤੇ ਧਾਰਮਿਕ ਕੰਮਾਂ ਦੀ ਦੇਖ ਰੇਖ ਕਰਨਾ। ਇਹ ਸਭ ਤੋਂ ਉੱਚੇ ਰੈਂਕ ਦੇ ਵਿਅਕਤੀ ਸੀਗੇ ਜੀ। ਇਹ ਸਭ ਤੋਂ ਉੱਚੇ ਰੈਂਕ ਦੇ ਕਾਸਟ ਸੀਗੀ ਉਸ ਸਮੇਂ ਦੀ, ਠੀਕ ਹੈ, ਜਾਂ ਵਰਨ ਸੀਗੀ, ਜਿਹਦਾ ਮੁੱਖ ਕੰਮ ਪੜ੍ਹਾਉਣਾ ਤੇ ਪੜ੍ਹਾਉਣਾ ਤੇ ਧਾਰਮਿਕ ਕੰਮਾਂ ਦੀ ਦੇਖ ਰੇਖ ਕਰਨਾ ਇਸ ਦਾ ਮੁੱਖ ਕੰਮ ਸੀਗਾ। ਦੂਸਰੇ ਸੀਗੇ ਜੀ ਖੱਤਰੀ। ਇਹਨਾਂ ਨੂੰ ਕਸ਼ੱਤਰੀ ਵੀ ਕਹਿ ਦਿੰਦੇ ਆ, ਠੀਕ ਹੈ, ਕਸ਼ੱਤਰੀ ਵੀ ਕਹਿ ਦਿੰਦੇ ਹੈਗੇ ਨੇ ਇਹਨਾਂ ਨੂੰ, ਜ਼ਿਆਦਾਤਰ ਸ਼ਬਦ ਇਹੀ ਵਰਤਿਆ ਜਾਂਦਾ, ਬਟ ਇੱਥੇ ਖੱਤਰੀ ਲਿਖਿਆ ਹੋਇਆ ਹੈ। ਸੋ ਇਹ ਯੁੱਧ ਕਰਨ ਦੇ ਲਈ ਜਿਹੜੇ ਹੁੰਦੇ ਸੀਗੇ, ਜਾਣੀ ਕਿ ਯੋਧੇ ਵਰਗ ਦੇ ਨਾਲ ਸੰਬੰਧ ਸੀ। ਇਹਨਾਂ ਦਾ ਮੁੱਖ ਕੰਮ ਕੀ ਸੀਗਾ ਜੀ? ਯੁੱਧ ਕਰਨਾ, ਠੀਕ ਹੈ, ਲੋਕਾਂ ਦੀ ਸੁਰੱਖਿਆ ਕਰਨਾ ਯੁੱਧ ਕਰਕੇ, ਤਾਂ ਕਿ ਆਪਣੇ ਸਾਮਰਾਜ ਨੂੰ ਜਿਹੜਾ ਇਹ ਬਚਾ ਸਕਣ। ਇਹਦੇ ਵਿੱਚ ਜ਼ਿਆਦਾਤਰ ਸੈਨਿਕ ਜਿਹੜੇ ਆ ਉਹ ਸ਼ਾਮਲ ਹੁੰਦੇ ਸੀਗੇ। ਤੀਸਰੇ ਸੀਗੇ ਜੀ ਵੈਸ਼। ਵੈਸ਼ ਜਿਹੜਾ ਹੈ ਇਹਦੇ ਵਿੱਚ ਕਿਸਾਨ ਤੇ ਵਪਾਰੀ ਆਉਂਦੇ ਸੀਗੇ। ਕਿਸਾਨ ਤੇ ਵਪਾਰੀ ਆਉਂਦੇ ਸੀਗੇ, ਜਿਨ੍ਹਾਂ ਦਾ ਮੁੱਖ ਕੰਮ ਸੀਗਾ ਬਈ ਕਿ ਫਸਲਾਂ ਨੂੰ ਉਗਾਉਣਾ ਹੈ, ਫੂਡ ਪ੍ਰੋਵਾਈਡ ਕਰਨਾ ਹੈ ਤੇ ਵਪਾਰ ਕਰਨਾ ਹੈ, ਜੋ ਵੀ ਮਤਲਬ ਚੀਜ਼ਾਂ ਨੇ ਉਹਨਾਂ ਦਾ ਵਪਾਰ ਕਰਨਾ, ਇਹ ਵੈਸ਼ ਦਾ ਕੰਮ ਸੀਗਾ। ਚੌਥਾ ਸੀਗਾ ਜੀ ਸ਼ੂਦਰ, ਜੋ ਦਾਸ ਵਰਗ ਦੇ ਨਾਲ ਸੰਬੰਧ ਸੀਗੇ। ਇਹਦਾ ਮੁੱਖ ਕੰਮ ਕੀ ਸੀ? ਇਹਨਾਂ ਤਿੰਨਾਂ ਵਰਗਾਂ ਦੀ ਸੇਵਾ ਕਰਨਾ। ਬਟ ਇੱਥੇ ਤੁਸੀਂ ਯਾਦ ਰੱਖਣਾ ਹੈ ਕਿ ਇਹ ਜਾਤੀ ਪ੍ਰਥਾ ਜਿਹੜੀ ਹੈ ਇਹ ਕਠੋਰ ਨਹੀਂ ਸੀਗੀ, ਇਹ ਤਾਂ ਸਗੋਂ ਕੰਮ ਦੇ ਆਧਾਰ ਦੇ ਉੱਪਰ ਸੀ। ਆਪਾਂ ਜਿਵੇਂ ਜ਼ਿਕਰ ਕੀਤਾ, ਬ੍ਰਾਹਮਣਾਂ ਦਾ ਕੰਮ ਪੜ੍ਹਨਾ ਲਿਖਣਾ ਸੀਗਾ, ਕਸ਼ੱਤਰੀਆਂ ਦਾ ਕੰਮ ਯੁੱਧ ਕਰਨਾ ਸੀ, ਵੈਸ਼ ਦਾ ਕੰਮ ਸੀਗਾ ਕਿਸਾਨ ਤੇ ਵਪਾਰੀ ਦਾ ਕੰਮ ਕਰਨਾ, ਅਤੇ ਦਾਸ ਵਰਗ ਦਾ ਕੰਮ ਸੀ ਇਹਨਾਂ ਤਿੰਨਾਂ ਵਿਅਕਤੀਆਂ ਦੀ ਸੇਵਾ ਕਰਨਾ, ਠੀਕ ਹੈ। ਬਟ ਹੌਲੀ ਹੌਲੀ ਸਮਾਂ ਪੈਂਦਾ ਗਿਆ, ਇਹ ਕੱਟੜਤਾ ਦਾ ਰੂਪ ਧਾਰਨ ਕਰਦੇ ਗਿਆ, ਜਿਸ ਦੇ ਨਾਲ ਅਸੀਂ ਭਾਰਤ ਦੇ ਵਿੱਚ ਦੇਖੀਏ ਕਿ ਕਾਸਟ ਦੇ ਆਧਾਰ ਦੇ ਉੱਪਰ ਕੀ ਹੁੰਦਾ, ਉਹ ਸਾਰਾ ਇਸ ਦੇ ਵਿੱਚ ਆ ਜਾਂਦਾ ਹੈ। ਇਸ ਤੋਂ ਇਲਾਵਾ ਸਮਾਜ ਦੇ ਵਿੱਚ ਸਭ ਤੋਂ ਛੋਟੀ ਇਕਾਈ ਜਿਹੜੀ ਹੈ ਉਹ ਪਰਿਵਾਰ ਨੂੰ ਮੰਨਿਆ ਜਾਂਦਾ ਸੀਗਾ, ਅਤੇ ਪਰਿਵਾਰ ਦਾ ਮੁਖੀ ਹਮੇਸ਼ਾ ਜਿਹੜਾ ਹੈ ਉਮਰ ਦੇ ਵਿੱਚ ਸਭ ਤੋਂ ਵੱਡਾ ਮਰਦ ਜਿਹੜਾ ਹੁੰਦਾ ਸੀ ਉਸੇ ਨੂੰ ਹੀ ਨਿਯੁਕਤ ਕੀਤਾ ਜਾਂਦਾ ਸੀਗਾ, ਠੀਕ ਹੈ। ਬੇਸ਼ੱਕ ਮਰਦ ਹੀ ਜਿਹੜੇ ਹੈ ਪ੍ਰਧਾਨ ਬਣਦੇ ਹੁੰਦੇ ਸੀਗੇ, ਬਟ ਇਸਤਰੀਆਂ ਨੂੰ ਵੀ ਕਾਫੀ ਸਾਰੀਆਂ ਜਿਹੜੇ ਕਹਿ ਸਕਦੇ ਅਧਿਕਾਰ ਮਿਲੇ ਹੋਏ ਸੀਗੇ ਕਿ ਇਸ ਸਮੇਂ ਦੇ ਵਿੱਚ ਇਸਤਰੀਆਂ ਪੜ੍ਹੀਆਂ ਲਿਖੀਆਂ ਸੀ, ਪੜ੍ਹ ਲਿਖ ਸਕਦੀਆਂ ਸੀ, ਆਪਣੀ ਮਰਜ਼ੀ ਦੇ ਨਾਲ ਜਿਹੜਾ ਹੈ ਵਿਆਹ ਕਰਵਾ ਸਕਦੀਆਂ ਸੀਗੀਆਂ, ਠੀਕ ਹੈ, ਯਾਨੀ ਕਿ ਲਵ ਮੈਰਿਜ ਜਿਹੜਾ ਹੈ ਇਸ ਸਮੇਂ ਦੇ ਉੱਪਰ ਪ੍ਰਚਲਿਤ ਸੀਗੀ। ਓਕੇ, ਇਸ ਤੋਂ ਇਲਾਵਾ ਸਾਰੇ ਧਾਰਮਿਕ ਅਤੇ ਸਮਾਜਿਕ ਕੰਮਾਂ ਦੇ ਵਿੱਚ ਇਸਤਰੀਆਂ ਹਿੱਸਾ ਲੈ ਸਕਦੀਆਂ ਸੀਗੀਆਂ। ਇਸੇ ਦੇ ਆਧਾਰ ਦੇ ਉੱਪਰ ਸਾਨੂੰ ਉਸ ਸਮੇਂ ਦੇ ਵਿੱਚ ਕੁਝ ਪ੍ਰਸਿੱਧ ਇਸਤਰੀਆਂ ਜੋ ਵਿਦਵਾਨ ਸੀਗੀਆਂ ਉਹਨਾਂ ਦਾ ਜ਼ਿਕਰ ਮਿਲਦਾ ਹੈ, ਜਿਵੇਂ ਅਪਾਲਾ, ਘੋਸ਼ਾ, ਵਿਸ਼ਵਵਾਰਾ। ਇਹ 3 ਪ੍ਰਸਿੱਧ ਇਸਤਰੀਆਂ ਨੇਗੀਆਂ, ਅਪਾਲਾ, ਘੋਸ਼ਾ ਤੇ ਵਿਸ਼ਵਵਾਰਾ, ਜੋ ਕਿ ਵੈਦਿਕ ਪੀੜ ਦੀਆਂ ਪ੍ਰਸਿੱਧ ਵਿਦਵਾਨ ਇਸਤਰੀਆਂ ਕਹਾਉਂਦੀਆਂ ਸੀਗੀਆਂ। ਵੈਦਿਕ ਕਾਲ ਦੇ ਵਿੱਚ ਮੁੱਖ ਤੌਰ ਦੇ ਉੱਪਰ ਭੋਜਨ ਦੇ ਤੌਰ ਦੇ ਉੱਪਰ ਕਣਕ, ਚਾਵਲ, ਦਾਲਾਂ, ਫਲ ਸਬਜ਼ੀਆਂ, ਦੁੱਧ, ਮੱਖਣ, ਘਿਓ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਮਾਸ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੁੰਦਾ ਸੀਗਾ, ਅਤੇ ਕੁਝ ਖਾਸ ਉਤਸਵਾਂ ਦੇ ਉੱਪਰ ਯਾਨੀ ਖਾਸ ਮੌਕਿਆਂ ਦੇ ਉੱਪਰ ਕਹਿੰਦੇ ਸੋਮ ਰਸ ਵੀ ਪੀਆ ਜਾਂਦਾ ਸੀਗਾ, ਠੀਕ ਹੈ। ਸੋਮ ਰਸ ਕਾਫੀ ਇੰਪੋਰਟੈਂਟ ਹੈ ਜੀ ਪ੍ਰਾਚੀਨ ਸਮਿਆਂ ਦੇ ਵਿੱਚ, ਸੋ ਇਸ ਨੂੰ ਅਕਸਰ ਰਾਜਾ ਵਗੈਰਾ ਦੁਆਰਾ ਜਿਹੜਾ ਉਹ ਪ੍ਰਯੋਗ ਕੀਤਾ ਜਾਂਦਾ ਸੀਗਾ। ਪਰ ਧਿਆਨ ਰੱਖਣਾ, ਕੁਝ ਲੋਕ ਸੁਰਾ ਪੀਂਦੇ ਸੀਗੇ, ਪਰੰਤੂ ਇਹਨੂੰ ਸਮਾਜ ਦੇ ਵਿੱਚ ਬੁਰਾ ਮੰਨਿਆ ਜਾਂਦਾ ਸੀ, ਕਿਉਂਕਿ ਇਹ ਉਸ ਸਮੇਂ ਇੱਕ ਸ਼ਰਾਬ ਦਾ ਹੀ ਰੂਪ ਸੀ। ਸੁਰਾ ਨੂੰ ਪੀਣਾ ਬੁਰਾ ਮੰਨਿਆ ਜਾਂਦਾ ਸੀ, ਬਟ ਸੋਮਰਸ ਅਕਸਰ ਜਿਹੜਾ ਹੈ ਤਿਉਹਾਰਾਂ ਦੇ ਉੱਪਰ ਪੀਤਾ ਜਾਂਦਾ ਸੀਗਾ। ਮਨੋਰੰਜਨ ਦੇ ਲਈ ਜਿਹੜਾ ਹੈ ਅਕਸਰ ਰੱਥ ਦੌੜਾਂ ਹੋ ਗਈਆਂ, ਘੋੜਸਵਾਰੀ ਹੋ ਗਈ, ਸ਼ਿਕਾਰ ਹੋ ਗਏ, ਇਹਨਾਂ ਦਾ ਜ਼ਿਕਰ ਜਿਹੜਾ ਦੇਖਣ ਨੂੰ ਮਿਲਦਾ ਕਿ ਇਹਨਾਂ ਦੇ ਮਨੋਰੰਜਨ ਦੇ ਸਾਧਨ ਇਹੀ ਸੀਗੇ, ਜਾਂ ਤਾਂ ਘੋੜਸਵਾਰੀ ਕਰ ਲੈਂਦੇ, ਜਾਂ ਸ਼ਿਕਾਰ ਕਰ ਲੈਂਦੇ, ਫਿਰ ਜਾਂ ਰੱਥ ਦੌੜ ਹੁੰਦੀ ਸੀਗੀ ਇਸ ਦੇ ਵਿੱਚ, ਠੀਕ ਹੈ। ਆਰਥਿਕ ਜੀਵਨ ਦੇ ਵਿੱਚ ਸਭ ਤੋਂ ਮੁੱਖ ਕੰਮ ਸੀਗਾ ਕਿ ਇਸ ਸੱਭਿਅਤਾ ਦੇ ਲੋਕ ਖੇਤੀਬਾੜੀ ਦੇ ਨਾਲ ਜੁੜੇ ਸੀਗੇ, ਇਸ ਕਾਰਨ ਕਰਕੇ ਪ੍ਰਮੁੱਖ ਕੰਮ ਸੀਗਾ ਖੇਤੀਬਾੜੀ। ਦੂਸਰਾ ਪ੍ਰਮੁੱਖ ਕੰਮ ਸੀਗਾ ਜੀ ਪਸ਼ੂ ਪਾਲਣ ਦੇ ਵਿੱਚ ਗਾਂ, ਘੋੜਾ, ਭੇਡ, ਬੱਕਰੀ, ਖੋਤਾ, ਅਕਸਰ ਇਹਨਾਂ ਜੀਵਾਂ ਨੂੰ ਜਿਹੜਾ ਹੈ ਉਹ ਪਾਲਿਆ ਜਾਂਦਾ ਸੀਗਾ। ਉਦਯੋਗਿਕ ਧੰਦੇ ਤੇ ਵਪਾਰ ਦੇ ਵਿੱਚ ਵੀ ਇਹਨਾਂ ਦਾ ਸ਼ਲਾਘਾਯੋਗ ਕੰਮ ਰਿਹਾ, ਪਰ ਪ੍ਰਮੁੱਖ ਕਿੱਤਾ ਜਿਹੜਾ ਹੈ ਉਹ ਖੇਤੀਬਾੜੀ ਹੈ, ਚਾਹੇ ਉਹ ਸਿੰਧ ਘਾਟੀ ਦਾ ਹੈ, ਚਾਹੇ ਵੈਦਿਕ ਕਾਲ ਦਾ ਹੈ, ਸੋ ਉਹਦੇ ਵਿੱਚ ਖੇਤੀਬਾੜੀ ਹੀ ਪ੍ਰਮੁੱਖ ਰਹੀ ਹੈ। ਦੂਸਰਾ ਪਸ਼ੂ ਪਾਲਣ ਰਿਹਾ ਹੈਗਾ ਗਾ। ਇਹਨਾਂ ਸਾਰਿਆਂ ਜੀਵਾਂ ਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਪਸ਼ੂ ਰਿਹਾ ਗਊ ਇੰਨੀ ਜ਼ਿਆਦਾ ਮਹੱਤਵਪੂਰਨ ਸੀ ਕਿ ਇਹਦੇ ਨਾਲ ਕਿਸੇ ਚੀਜ਼ ਨੂੰ ਖਰੀਦਿਆ ਜਾਂ ਵੇਚਿਆ ਜਾ ਸਕਦਾ ਸੀਗਾ, ਯਾਨੀ ਕਿ ਇਹ ਇੱਕ ਤਰ੍ਹਾਂ ਦੇ ਉਸ ਸਮੇਂ ਦੇ ਵਿੱਚ ਨੋਟਾਂ ਦਾ ਕੰਮ ਕਰਦੀ ਸੀਗੀ, ਇੰਨੀ ਜ਼ਿਆਦਾ ਇੰਪੋਰਟੈਂਸ ਸੀਗੀ। ਇਸ ਤੋਂ ਇਲਾਵਾ ਆਰਥਿਕ ਤੌਰ ਦੇ ਉੱਪਰ ਜੇਕਰ ਆਪਾਂ ਵਪਾਰ ਦੀ ਗੱਲ ਕਰੀਏ ਤਾਂ ਵਪਾਰ ਲਈ ਜਿਹੜੀ ਵਿਧੀ ਪ੍ਰਯੋਗ ਕੀਤੀ ਜਾਂਦੀ ਸੀਗੀ ਉਹ ਸੀਗੀ ਜੀ ਵਸਤੂ ਵਟਾਂਦਰਾ ਪ੍ਰਣਾਲੀ, ਜਿਹਨੂੰ ਬਾਰਟਰ ਸਿਸਟਮ ਕਿਹਾ ਜਾਂਦਾ ਹੈ, ਠੀਕ ਹੈ, ਬਾਰਟਰ ਸਿਸਟਮ ਦਾ ਮਤਲਬ ਹੈ ਕਿ ਜਿਹੜੀ ਚੀਜ਼ ਕਿਸੇ ਵਿਅਕਤੀ ਨੂੰ ਚਾਹੀਦੀ ਸੀਗੀ ਉਹਦੇ ਬਦਲੇ ਉਹ ਉਸਨੂੰ ਉਸ ਤਰ੍ਹਾਂ ਦੀ ਚੀਜ਼ ਦੇ ਦਿੰਦਾ ਸੀ ਜਿਹੜੀ ਉਸਨੂੰ ਚਾਹੀਦੀ ਸੀਗੀ। ਐਗਜ਼ਾਮਪਲ ਦੇ ਤੌਰ ਤੇ ਕਿ ਕਿਸੇ ਨੂੰ ਕਣਕ ਚਾਹੀਦੀ ਹੈ, ਠੀਕ ਹੈ, ਕਣਕ ਦੀ ਲੋੜ ਹੈ, ਬਟ ਉੱਥੇ ਹੀ ਜਿਹੜੇ ਵਿਅਕਤੀ ਤੋਂ ਉਹਨੇ ਕਣਕ ਲੈਣੀ ਹੈ ਉਹਨੂੰ
ਗਾਂ ਦੀ ਜ਼ਰੂਰਤ ਹੈ ਐਗਜ਼ਾਮਪਲ ਦੇ ਤੌਰ ਦੇ ਉੱਪਰ, ਤਾਂ ਉਸ ਦੇ ਬਦਲੇ ਕੀ ਹੁੰਦਾ ਸੀਗਾ ਕਿ ਜਿਹਨੂੰ ਗਾਂ ਚਾਹੀਦੀ ਸੀਗੀ, ਠੀਕ ਹੈ, ਉਹਨੂੰ ਉਹਦੀ ਗਾਂ ਮਿਲ ਜਾਂਦੀ ਸੀਗੀ, ਜਿਹਨੂੰ ਕਣਕ ਚਾਹੀਦੀ ਸੀ ਉਸ ਗਾਂ ਦੇ ਬਦਲੇ ਉਸ ਨੂੰ ਜਿਹੜਾ ਹੈ ਕਣਕ ਮਿਲ ਜਾਂਦੀ ਸੀ। ਇਹ ਵਸਤੂ ਵਟਾਂਦਰਾ ਹੁੰਦਾ ਸੀਗਾ, ਮਤਲਬ ਵਸਤੂਆਂ ਦੇ ਲੈਣ ਦੇਣ ਕਰਦੇ ਸੀ, ਕੋਈ ਪੈਸੇ ਜਾਂ ਸਿੱਕੇ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ ਸੀ ਜਿਵੇਂ ਕਿ ਆਪਾਂ ਅੱਜ ਕਰਦੇ ਹੈਗੇ ਗੇ। ਇਸ ਤੋਂ ਇਲਾਵਾ ਕੁਝ ਪ੍ਰਸਿੱਧ ਕਾਰੀਗਰਾਂ ਦਾ ਜ਼ਿਕਰ ਮਿਲਦਾ ਹੈ ਵੈਦਿਕ ਕਾਲ ਦੇ ਵਿੱਚ, ਜਿਵੇਂ ਲੁਹਾਰ, ਰੱਥਕਾਰ, ਤਰਖਾਣ, ਜੁਲਾਹੇ ਤੇ ਘੁਮਿਆਰਾਂ ਦਾ ਜ਼ਿਕਰ ਇੱਥੇ ਦੇਖਣ ਨੂੰ ਮਿਲਦਾ ਹੈਗਾ ਗਾ। ਧਾਰਮਿਕ ਜੀਵਨ ਦੇ ਵਿੱਚ ਜਿਹੜੇ ਪ੍ਰਮੁੱਖ ਤੌਰ ਦੇ ਉੱਪਰ ਆਪਾਂ ਗੱਲ ਕਰੀਏ ਤਾਂ ਰਿਗਵੇਦਾਂ ਦੇ ਵਿੱਚ ਵੀ ਧਾਰਮਿਕ ਜੀਵਨ ਦੇ ਬਾਰੇ ਹੀ ਜ਼ਿਕਰ ਕੀਤਾ ਗਿਆ, ਤੇ ਇਸ ਸਮੇਂ ਦੇ ਜਿਹੜੇ ਲੋਕ ਉਹ ਕਾਫੀ ਧਾਰਮਿਕ ਰਹੇ ਹੈਗੇ ਨੇਗੇ। ਇਸ ਸਮੇਂ ਦੇ ਜਿਹੜੇ ਲੋਕ ਸੀਗੇ ਉਹ ਧਰਮ ਦੇ ਆਧਾਰ ਦੇ ਉੱਪਰ ਦੇਵਤਿਆਂ ਨੂੰ 3 ਭਾਗਾਂ ਦੇ ਵਿੱਚ ਡਿਵਾਈਡ ਕਰਦੇ ਹੈਗੇ ਆ। ਪਹਿਲੇ ਦੇਵਤੇ ਪ੍ਰਿਥਵੀ ਦਾ ਦੇਵਤਾ, ਜਿਹਦੇ ਵਿੱਚ ਪ੍ਰਿਥਵੀ, ਅੱਗ, ਸੋਮ ਜਾਂ ਠੀਕ ਹੈ ਇਹਨਾਂ ਨੂੰ, ਜਾਂ ਧਰਤੀ ਦਾ ਦੇਵਤਾ ਵੀ ਕਹਿ ਸਕਦੇ ਹਾਂ। ਜੋ ਧਰਤੀ ਦੇ ਦੇਵਤੇ ਸੀ ਉਹਦੇ ਵਿੱਚ ਪ੍ਰਿਥਵੀ, ਅੱਗ ਤੇ ਸੋਮ, ਇਹ ਜਿਹੜੇ ਹੈ ਪ੍ਰਿਥਵੀ ਦੇ ਦੇਵਤੇ ਕਹਾਉਂਦੇ ਸੀਗੇ। ਦੂਸਰੇ ਦੇਵਤੇ ਸੀਗੇ ਜੀ ਆਕਾਸ਼ ਦੇ ਦੇਵਤੇ। ਆਕਾਸ਼ ਦੇ ਦੇਵਤਿਆਂ ਦੇ ਵਿੱਚ ਇੰਦਰ ਜੋ ਵਰਖਾ ਤੇ ਤੂਫਾਨ ਦਾ ਦੇਵਤਾ ਕਹਾਉਂਦਾ ਸੀ। ਦੂਸਰਾ ਮਾਰੂਤ ਜੋ ਕਿ ਹਵਾ ਦਾ ਦੇਵਤਾ ਕਹਾਉਂਦਾ ਸੀਗਾ, ਇਹ ਆਕਾਸ਼ ਦੇ ਨਾਲ ਸੰਬੰਧ ਸੀਗੇ। ਤੀਸਰਾ ਸੀ ਜੀ ਪੁਲਾੜ ਦੇ ਦੇਵਤੇ, ਠੀਕ ਹੈ, ਯਾਨੀ ਵਾਯੂ ਦੇ ਦੇਵਤੇ। ਇਹਦੇ ਵਿੱਚ ਵਰੁਣ, ਸੂਰਜ, ਪੂਸ਼ਨ, ਵਿਸ਼ਨੂੰ ਤੇ ਅਸ਼ਵਨੀ ਇਹ ਪ੍ਰਮੁੱਖ ਸੀਗੇ ਜੀ, ਜੋ ਪੁਲਾੜ ਦੇ ਦੇਵਤਿਆਂ ਦੇ ਨਾਮ ਨਾਲ ਮਸ਼ਹੂਰ ਸੀਗੇ। ਠੀਕ ਹੈ ਜੀ। ਰਿਗਵੇਦਿਕ ਕਾਲ ਦੇ ਵਿੱਚ ਸਭ ਤੋਂ ਮਹੱਤਵਪੂਰਨ ਜਿਹੜੇ ਦੇਵਤੇ ਰਹਿੰਦੇ ਹੈ ਉਹ ਵਰੁਣ ਤੇ ਇੰਦਰ ਹੈ, ਤੇ ਇਹਨਾਂ ਦੇ ਵਿੱਚੋਂ ਇੰਦਰ ਸਭ ਤੋਂ ਵੱਧ ਮਹੱਤਵਪੂਰਨ ਹੈ ਜੇ ਦੋਨਾਂ 'ਚੋਂ ਪੁੱਛਿਆ ਜਾਵੇ। ਠੀਕ ਹੈ, ਇੰਦਰ ਸਭ ਤੋਂ ਵੱਧ ਮਹੱਤਵਪੂਰਨ ਸੀਗਾ ਤੇ ਵਰੁਣ ਜਿਹੜਾ ਹੈਗਾ ਗਾ ਉਹ ਇਸ ਦੇ ਵਿੱਚ ਦੂਸਰੇ ਨੰਬਰ 'ਤੇ ਆਉਂਦਾ ਹੈ। ਉੱਤਰ ਵੈਦਿਕ ਕਾਲ ਦਾ ਸਭ ਤੋਂ ਮਹੱਤਵਪੂਰਨ ਦੇਵਤਾ ਜਿਹੜਾ ਹੈ ਉਹ ਇੰਦਰ ਦੇਵਤਾ ਰਹਿੰਦਾ ਹੈਗਾ ਗਾ, ਤੇ ਇਸ ਕਾਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਬਲੀ ਤੇ ਯੱਗ ਦਾ ਮਹੱਤਵਪੂਰਨ ਸਥਾਨ ਰਿਹਾ, ਜਿਸ ਦੇ ਵਿੱਚ ਅਕਸਰ ਜਿਵੇਂ ਕਿ ਪਸ਼ੂਆਂ ਦੀਆਂ ਤੇ ਮਨੁੱਖਾਂ ਦੀਆਂ ਬਲੀਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ, ਤੇ ਯੱਗ ਚੱਲਦੇ ਰਹੇ ਆ ਜੋ ਕਿ ਸਾਲ ਤੱਕ ਚੱਲਦੇ ਹੀ ਰਹਿੰਦੇ ਹੁੰਦੇ ਸੀਗੇ। ਠੀਕ ਹੈ, ਇਸ ਚੀਜ਼ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਇੱਥੇ ਇੱਕ ਅਗਨੀ ਦੇਵਤਾ ਰਿਹਾ ਹੈ। ਅਗਨੀ ਦੇਵਤਾ ਜਿਹੜਾ ਉਹ ਅੱਗ ਦਾ ਦੇਵਤਾ ਸੀਗਾ, ਅਤੇ ਇਸ ਤੋਂ ਬਿਨਾਂ ਕਹਿੰਦੇ ਕੋਈ ਵੀ ਯੱਗ ਸੰਪੂਰਨ ਨਹੀਂ ਮੰਨਿਆ ਜਾਂਦਾ ਸੀ, ਕਿਉਂਕਿ ਅੱਗ ਦਾ ਦੇਵਤਾ ਹੀ ਜਾਂ ਅਗਨੀ ਦੇਵਤਾ ਇੱਕ ਅਜਿਹਾ ਸੀ ਜੋ ਮਨੁੱਖ ਤੇ ਦੇਵਤੇ ਦੇ ਵਿਚਕਾਰ ਕਮਿਊਨੀਕੇਸ਼ਨ ਕਰਦਾ ਹੁੰਦਾ ਸੀ, ਇਹ ਮੰਨਿਆ ਜਾਂਦਾ ਹੈ। ਓਕੇ, ਸੋ ਇਸ ਦੇ ਵਿੱਚ ਆ ਜਾਂਦਾ ਹੈ। ਸੋ ਇਸ ਦੇ ਵਿੱਚ ਵਿਗਿਆਨ ਦੇ ਵਿੱਚੋਂ ਵੀ ਜਿਹੜਾ ਪਿੱਛੇ ਨਹੀਂ ਰਹੇ ਵੀ ਇਸ ਵੈਦਿਕ ਕਾਲ ਦੇ ਵਿੱਚ ਬੇਸ਼ੱਕ ਧਾਰਮਿਕ ਪ੍ਰਵਿਰਤੀ ਵੱਲ ਸੀ, ਬਟ ਕਾਫੀ ਸਾਰੀਆਂ ਨਵੀਆਂ ਚੀਜ਼ਾਂ ਜੋ ਵਿਗਿਆਨ ਦੇ ਨਾਲ ਰਿਲੇਟਡ ਨੇ ਗਈਆਂ, ਜਿਵੇਂ ਕਿ ਬੀਜ ਗਣਿਤ ਹੋ ਗਿਆ, ਰੇਖਾ ਗਣਿਤ ਹੋ ਗਿਆ, ਤਿਕੋਣ ਮਿਤੀ ਹੋ ਗਿਆ, ਖਗੋਲ, ਜੋਤਿਸ਼, ਇਹ ਸਾਰੀਆਂ ਜਿਹੜੀਆਂ ਵਿਗਿਆਨ ਹੈ ਇਸ ਸਮੇਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਆ, ਯਾਨੀ ਕਿ ਇਹ ਉੱਚ ਕੋਟੀ ਦੀ ਵਿੱਦਿਆ ਵਾਲੇ ਵੀ ਜਿਹੜੇ ਰਹੇ ਸੀਗੇ। ਵੈਦਿਕ ਲੋਕ ਗ੍ਰਹਿਾਂ ਦੀ ਗਤੀ ਨੂੰ, ਸੂਰਜ ਤੇ ਚੰਦਰਮਾ ਦੇ ਗ੍ਰਹਿਣ ਨੂੰ, ਪ੍ਰਿਥਵੀ ਦਾ ਆਪਣੀ ਧੁਰੀ ਉੱਤੇ ਅਤੇ ਸੂਰਜ ਦੇ ਇਧਰ ਗਿਧਰ ਜਿਹੜਾ ਮਤਲਬ ਪਰਿਕਰਮਾ ਕਰਦਾ ਹੈ, ਘੁੰਮਦਾ ਹੈ, ਉਸ ਦੇ ਬਾਰੇ ਜ਼ਿਕਰ ਕੀਤਾ ਗਿਆ ਹੈਗਾ ਗਾ। ਚਿਕਿਤਸਕ ਵਿਗਿਆਨ ਨੂੰ ਉਸ ਸਮੇਂ ਦੇ ਵਿੱਚ ਆਯੁਰਵੇਦ ਕਿਹਾ ਜਾਂਦਾ ਸੀਗਾ, ਜੋ ਕਿ ਇੱਕ ਵੱਡਾ ਮਤਲਬ ਕਹਿ ਸਕਦੇ ਹਾਂ ਉਸ ਸਮੇਂ ਦਾ ਵਿਗਿਆਨ ਮੰਨਿਆ ਜਾਂਦਾ ਸੀਗਾ। ਸੋ ਇਹ ਸੀਗਾ ਜੀ ਸਾਡਾ ਅੱਜ ਦਾ ਟੌਪਿਕ, ਜਿਸ ਦੇ ਵਿੱਚ ਆਪਾਂ ਡਿਸਕਸ ਕੀਤਾ ਹੈ ਵੈਦਿਕ ਪੀਰੀਅਡ ਬਾਰੇ, ਜੋ ਕਿ ਤੁਹਾਡਾ ਬੇਸ ਤਿਆਰ ਕਰਕੇ ਦੇਵੇਗਾ, ਪਲੱਸ 6ਵੀਂ ਕਲਾਸ ਦੇ ਬੱਚਿਆਂ ਦੇ ਲਈ ਵੀ ਤੁਹਾਨੂੰ ਜਿਹੜਾ ਇਹ ਹੈਲਪਫੁਲ ਰਹੇਗਾ। ਤਾਂ ਇਸ ਦੇ ਵਿੱਚੋਂ ਤੁਸੀਂ ਯਾਦ ਰੱਖਣਾ ਹੈ ਕਿ ਵੈਦਿਕ ਕਾਲ ਦੇ ਵਿੱਚ ਜਿਹੜੇ 4 ਵੇਦ ਰਚੇ ਗਏ ਸੀਗੇ ਉਹਨਾਂ ਦੀ ਕੀ ਮਹੱਤਵਪੂਰਨਤਾ ਰਹੀ ਸੀਗੀ, ਕੀ ਮਹੱਤਵ ਰਿਹਾ ਸੀਗਾ, ਅਤੇ ਇਸ ਤੋਂ ਇਲਾਵਾ ਇਹਨਾਂ ਦੇ ਦੇਵਤੇ ਕਿਹੜੇ ਰਹੇ ਸੀਗੇ, ਤੇ ਸਮਾਜਿਕ ਲਾਈਫ ਕਿਸ ਤਰ੍ਹਾਂ ਦੀ ਸੀਗੀ, ਆਰਥਿਕ ਲਾਈਫ ਕਿਸ ਤਰ੍ਹਾਂ ਦੀ ਸੀ, ਉਹ ਸਭ ਕੁਝ ਇਸ ਦੇ ਵਿੱਚ ਇੰਪੋਰਟੈਂਟ ਹੈ। ਉਮੀਦ ਕਰਦਾ ਸੈਸ਼ਨ ਤੁਹਾਡੇ ਸਾਰਿਆਂ ਲਈ ਹੈਲਪਫੁਲ ਰਹੇਗਾ। ਸੋ ਇਸੇ ਤਰੀਕੇ ਦੇ ਨਾਲ ਤੁਹਾਨੂੰ ਇਹ ਸੀਰੀਜ਼ ਮਿਲਦੀਆਂ ਰਹਿਣਗੀਆਂ। ਨੈਕਸਟ ਕਲਾਸ ਜਲਦੀ ਹੀ ਤੁਹਾਨੂੰ ਆਪਾਂ ਚੈਨਲ ਦੇ ਉੱਪਰ ਪ੍ਰੋਵਾਈਡ ਕਰ ਦੇਵਾਂਗੇ। ਇਸ ਤੋਂ ਇਲਾਵਾ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋਗੇ, ਅਤੇ ਪਲੇ ਸਟੋਰ ਤੋਂ ਐਪ ਡਾਊਨਲੋਡ ਕਰਕੇ ਰਮਨ ਇੰਸਟੀਚਿਊਟ ਦੀ ਤੁਸੀਂ ਇਹ PDF ਜਿਹੜੀਆਂ ਨੇ ਉਹ ਕਲੈਕਟ ਕਰ ਸਕਦੇ ਹੋ। ਸੋ ਨੈਕਸਟ ਮਿਲਦੇ ਹਾਂ ਜੀ ਅਗਲੇ ਸੈਸ਼ਨ ਦੇ ਵਿੱਚ। ਤਦ ਤੱਕ ਦੀ ਥੈਂਕ ਯੂ ਸੋ ਮਚ।